ਤੇ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸ਼ੁਰੂਆਤ ਇੱਕ ਵੱਡੀ ਖਬਰ ਦੇ ਨਾਲ 2000 ਦੇ ਨੋਟ ਬੰਦ ਹੋਣਗੇ। ਵੱਡੀ ਖਬਰ, ਆਰਬੀਆਈ 2000 ਦੇ ਨੋਟ ਵਾਪਸ ਲਏਗਾ। 30 ਸਤੰਬਰ ਤੱਕ ਇਹ ਨੋਟ ਚੱਲਦੇ ਰਹਿਣਗੇ, ਪਰ 30 ਸਤੰਬਰ ਤੋਂ ਬਾਅਦ 2000 ਦਾ ਨੋਟ ਨਹੀਂ ਚੱਲੇਗਾ। 2000 ਦੇ ਨੋਟ ਦੀ ਕੋਈ ਵੈਲਿਊ ਨਹੀਂ ਰਹੇਗੀ। ਉਦੋਂ ਤੱਕ ਇਹ ਨੋਟ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਨੇ। ਆਰਬੀਆਈ ਇਹ ਨੋਟ 30 ਸਤੰਬਰ ਤੱਕ ਵਾਪਸ ਲਏਗਾ, यानी अगले कुछ महीने ये नोट आरबीआई वापस लेगा, पर 30 ਸਤੰਬਰ ਤੋਂ ਬਾਅਦ 2000 ਦਾ ਨੋਟ नहीं ਚੱਲੇਗਾ। 30 ਸਤੰਬਰ ਤੋਂ ਬਾਅਦ ਵੱਡੀ ਖਬਰ ਹੈ ਇਸ ਵੇਲੇ ਦੀ, 2000 ਦੇ ਨੋਟ ਵੀ ਬੰਦ ਹੋ ਰਹੇ ਨੇ ਔਰ 30 ਸਤੰਬਰ ਤੋਂ ਬਾਅਦ ਕੋਈ ਨੋਟ नहीं ਚੱਲੇਗਾ। ਇਨਵੈਲਿਡ ਹੋ ਜਾਣਗੇ, ਅਵੈਧ ਹੋ ਜਾਣਗੇ ਜਿਹੜੇ 2000 ਦੇ ਨੋਟ ਹੋਣਗੇ। 30 ਸਤੰਬਰ ਤੱਕ ਦਾ ਸਮਾਂ ਸਰਕਾਰ ਨੇ ਦਿੱਤਾ ਹੈ। आरबीआई 2000 ਦੇ ਨੋਟ 30 ਸਤੰਬਰ ਤੱਕ ਵਾਪਸ ਲਏਗਾ, यानी ਬੈਂਕਾਂ ਦੇ ਵਿੱਚ ਵਾਪਸ ਦਿੱਤੇ ਜਾ ਸਕਣਗੇ ਔਰ ਉਸ ਤੋਂ ਬਾਅਦ ਇਹ ਨੋਟ ਮਾਰਕੀਟ ਦੇ ਵਿੱਚ ਨਹੀਂ ਚੱਲਣਗੇ। ਸੋ ਇਹ ਕਾਫੀ ਦੇਰ ਪਹਿਲਾਂ ਦੀ ਇਸ ਦੀ ਚਰਚਾ ਚੱਲ ਰਹੀ ਸੀ, ਇਸ ਦੀ ਚਰਚਾ ਸੁਣੀ ਜਾ ਰਹੀ ਸੀ, ਪਰ ਹੁਣ ਇਹ ਜਾਣਕਾਰੀ ਆ ਗਈ ਹੈ ਕਿ 30 ਸਤੰਬਰ ਤੋਂ ਬਾਅਦ 2000 ਦੇ ਨੋਟ ਨਹੀਂ ਚੱਲਣਗੇ। ਇਹਨਾਂ ਸਾਰੇ ਨੋਟਾਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਲੈ ਲਿਆ ਜਾਏਗਾ। ਇਸ ਵੇਲੇ ਵੀ ਬਹੁਤ ਘੱਟ ਜਿਹੜੇ ਲੋਕ ਰੋਜ਼ਾਨਾ ਬੈਂਕਾਂ ਦੇ ਨਾਲ ਡੀਲ ਕਰਦੇ ਨੇ ਉਹ ਤਕਰੀਬਨ ਇਸ ਗੱਲ ਨੂੰ ਜਾਣਦੇ ਨੇ, ਸਮਝਦੇ ਨੇ, ਜਾਂ ਉਹਨਾਂ ਨੂੰ ਇਸ ਗੱਲ ਦਾ ਅੰਦੇਸ਼ਾ ਹੈ ਕਿ 2000 ਦੇ ਨੋਟ ਇਸ ਵੇਲੇ ਬੈਂਕਾਂ 'ਚ ਵੀ ਨਹੀਂ ਨਿਕਲਦੇ। ਜ਼ਿਆਦਾ 500 ਦੇ ਨੋਟ ਹੀ ਚੱਲਦੇ ਨੇ ਔਰ ਬਹੁਤ ਘੱਟ ਸਰਕੂਲੇਸ਼ਨ ਇਹਨਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਵੀ ਰਹਿ ਗਈ ਹੈ 2000 ਦੇ ਨੋਟਾਂ ਦੀ। ਸੋ ਹੁਣ ਇਹ ਜਾਣਕਾਰੀ ਹੈ, ਇਹ ਖਬਰ ਹੈ ਕਿ 2000 ਦੇ ਨੋਟ ਜਿਹੜੇ ਨੇ ਉਹ ਬੰਦ ਹੋ ਰਹੇ ਨੇ ਔਰ 30 ਸਤੰਬਰ ਤੱਕ ਦਾ ਜਿਹੜਾ ਹੈ ਉਹ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ। ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਵਿਨੇਸ਼, ਕੀ ਕੁਝ ਜਾਣਕਾਰੀ ਹੈ ਕਿ ਮਤਲਬ ਕਿਸ ਤਰੀਕੇ ਨਾਲ ਇਹ ਨੋਟ ਜਿਹਨਾਂ ਲੋਕਾਂ ਕੋਲੇ ਪਏ ਨੇ ਕਿਵੇਂ ਉਹ ਵਾਪਸ ਕਰ ਸਕਦੇ ਨੇ, ਕਿੱਥੇ ਦੇ ਸਕਦੇ ਨੇ, ਕਿਵੇਂ ਜਿਵੇਂ ਪਹਿਲਾਂ ਨੋਟਬੰਦੀ ਹੋਈ ਸੀ ਕਿ ਉਸ ਤਰੀਕੇ ਦੀ ਕੋਈ ਸਥਿਤੀ ਤੇ ਪੈਦਾ ਨਹੀਂ ਹੋਏਗੀ? ਨਹੀਂ ਵੀ ਜੀ, ਉਸ ਤਰੀਕੇ ਦੀ ਜਿਹੜੀ ਨੋਟਬੰਦੀ ਦੀ ਜਿਹੜੀ ਸਥਿਤੀ ਪਹਿਲਾਂ ਪੈਦਾ ਹੋਈ ਸੀ ਉਸ ਦੀ ਸੰਭਾਵਨਾ ਤਾਂ ਬਹੁਤ ਘੱਟ ਹੈ, ਕਿਉਂਕਿ ਸਿਰਫ ਜਿਹੜੀ 2000 ਦੇ ਨੋਟ ਹੈ, 2000 ਦੀ ਕਰੰਸੀ ਹੈ, ਉਸ ਦੇ ਉੱਪਰ ਜਿਹੜਾ ਹੈ ਗਵਰਨਮੈਂਟ ਨੇ ਕਿਹਾ ਵੀ ਉਹ ਹੁਣ ਸਰਕੂਲੇਸ਼ਨ ਵਿੱਚ ਨਹੀਂ ਆਣਗੇ। ਗਵਰਨਮੈਂਟ ਯਾਨੀ ਕਿ ਆਰਬੀਆਈ ਵੱਲੋਂ ਇੱਕ ਜਿਹੜਾ ਬਕਾਇਦਾ ਸਰਕੂਲਰ ਜਾਰੀ ਹੋਇਆ ਹੈ ਤੇ ਉਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ 2000 ਦੇ ਨੋਟ ਹੈ ਉਹ ਸਰਕੂਲੇਸ਼ਨ ਵਿੱਚ ਹੁਣ ਨਹੀਂ ਆਣਗੇ, ਯਾਨੀ ਕਿ ਆਰਬੀਆਈ ਹੈ ਉਹਨਾਂ ਨੋਟਾਂ ਨੂੰ ਵਾਪਸ ਲੈ ਰਹੀ ਹੈ, ਵਿਡਰਾਅ ਕਰ ਰਹੀ ਹੈ। ਤੇ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਜਿਹੜੇ ਹੁਣ ਆਮ ਲੋਕਾਂ ਕੋਲੇ ਨੋਟ ਪਏ ਆ ਜਾਂ ਜਿਹੜੀ ਕਰੰਸੀ ਜਿਨ੍ਹਾਂ ਕੋਲੇ ਅਵੇਲੇਬਲ ਹੈ ਉਹ 23 ਮਈ ਤੋਂ ਲੈ ਕੇ ਯਾਨੀ ਹੁਣ ਤੋਂ 4 ਦਿਨ ਬਾਅਦ ਮੰਡੇ ਤੋਂ ਆਪਾਂ ਕਹਿ ਸਕਦੇ ਹਾਂ ਤੇ 30 ਸਤੰਬਰ ਤੱਕ ਕਿਸੇ ਵੀ ਬੈਂਕ ਵਿੱਚ ਜਾ ਕੇ ਇੱਕ ਟਾਈਮ ਤੇ 20000 ਰੁਪਏ ਦੇ ਜਿਹੜੇ 2-2000 ਵਾਲੇ ਨੋਟ ਦੇ ਕੇ ਤੇ ਉਸ ਦੇ ਬਦਲੇ ਵਿੱਚ ਛੋਟੇ ਨੋਟ ਲੈ ਸਕਦੇ ਆ। ਯਾਨੀ ਕਿ ਜਿਹੜੀ ਕਰੰਸੀ ਆਮ ਲੋਕਾਂ ਕੋਲੇ ਘਰਾਂ 'ਚ, ਦੁਕਾਨਾਂ 'ਚ, ਬਿਜ਼ਨਸ ਵਿੱਚ ਪਈ ਹੈ 2-2000 ਰੁਪਏ ਵਾਲੀ, ਉਹ ਬੈਂਕ ਵਿੱਚ ਜਾ ਕੇ ਉਹਨੂੰ ਕਿਸੇ ਵੀ ਟਾਈਮ ਤੇ ਇੱਕ ਟਾਈਮ ਤੇ 20000 ਰੁਪਏ ਇੱਕ ਮੁਸ਼ਤ ਜੇ ਆਪਾਂ ਕਰਨੇ ਤਾਂ 20000 ਤੋਂ ਵੱਧ ਨਹੀਂ ਕਰਾ ਸਕਦੇ। 20000 ਰੁਪਏ ਜਾ ਕੇ ਬੈਂਕ ਵਿੱਚ ਦਿਓ ਤੇ ਉਸ ਦੇ ਬਦਲੇ 'ਚ 2000 ਤੋਂ ਇਲਾਵਾ ਜਿਹੜੀ ਬਾਕੀ ਕਰੰਸੀ ਹੈ ਉਹ ਲੈ ਲਓ। ਹਾਲਾਂਕਿ ਇਹ ਪ੍ਰੋਪਰ ਨੋਟਬੰਦੀ ਤਾਂ ਨਹੀਂ ਹੈ, ਪਰ 2000 ਰੁਪਏ ਦਾ ਨੋਟ ਹੈ ਜਿਸ ਦਾ ਕਿ ਪਿਛਲੇ ਕਾਫੀ ਟਾਈਮ ਤੋਂ ਸਰਕੂਲੇਸ਼ਨ ਵਿੱਚ ਆ ਵੀ ਨਹੀਂ ਰਿਹਾ ਸੀ। ਜੇ ਯੂਜ਼ਲੀ ਆਪਾਂ ਏਟੀਐਮ ਵਗੈਰਾ ਤੇ ਵੀ ਜਾਂਦੇ ਸੀ ਤਾਂ 2000 ਦਾ ਨੋਟ ਬਹੁਤ ਰੇਅਰ ਹੀ ਹੋ ਰਿਹਾ ਸੀਗਾ, ਮਿਲ ਰਿਹਾ ਸੀ ਤੇ ਉਦੋਂ ਪਹਿਲਾਂ ਅੰਦੇਸ਼ਾ ਵੀ ਲੱਗ ਰਿਹਾ ਸੀਗਾ ਵੀ ਸਰਕਾਰ 2000 ਦਾ ਨੋਟ ਹੈ ਜਿਹੜਾ ਵਿਡਰਾਅ ਕਰ ਸਕਦੀ ਹੈ, ਉਹਨੂੰ ਬੰਦ ਕਰ ਸਕਦੀ ਹੈ। ਤੇ ਹੁਣ ਉਹੀ ਉਸੇ ਤਰੀਕੇ ਤੇ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਆਰਬੀਆਈ ਵੱਲੋਂ ਜਾਰੀ ਹੋਇਆ ਹੈ ਕਿ ਇੱਕ ਨੋਟਬੰਦੀ 2.0 ਕਹਿ ਸਕਦੇ ਹਾਂ ਇਹਨੂੰ ਆਪਾਂ, ਵੀ ਸਿਰਫ 2000 ਰੁਪਏ ਦੇ ਨੋਟ ਦੀ ਜਿਹੜੀ ਨੋਟਬੰਦੀ ਹੋ ਗਈ ਹੈ ਤੇ ਆਉਣ ਵਾਲੇ ਜਿਹੜੇ 3-4 ਮਹੀਨੇ ਯਾਨੀ ਕਿ 30 ਸਤੰਬਰ ਹੈ ਉਦੋਂ ਤੱਕ ਆਪਦੇ ਜਿਹੜੇ ਨੋਟਾਂ ਦੀ ਰਿਪਲੇਸਮੈਂਟ ਕਰਾਈ ਜਾ ਸਕਦੀ ਹੈ। ਜੀ ਵਿਜੇ। ਅੱਛਾ ਵਿਨੇਸ਼, ਇੱਕ ਚੀਜ਼ ਤੇ ਫਿਰ ਇਹਦੇ 'ਚ ਆਪਾਂ ਕਹਿ ਹੀ ਸਕਦੇ ਹਾਂ ਵੀ ਜਿਨ੍ਹਾਂ ਲੋਕਾਂ ਕੋਲੇ ਮੰਨ ਲਓ ਬਲੈਕ ਮਨੀ ਪਿਆ, ਜਿਹੜਾ ਕਾਲਾ ਧਨ ਹੈ, ਉਹ ਤੇ ਫਿਰ ਤੁਹਾਨੂੰ ਅਲਟੀਮੇਟਲੀ ਤੇ ਬੈਂਕ 'ਚ ਦੇਣਾ ਹੀ ਪਏਗਾ। ਉਸ ਤੇ ਕਾਲੇ ਧਨ ਤੇ ਇੱਕ ਸਟ੍ਰਾਈਕ ਹੋਰ ਹੈ। ਬਿਲਕੁਲ ਵਿਜੇ, ਦੇਖੋ ਜਦੋਂ ਪਿਛਲੀ ਵਾਰ ਵੀ ਨੋਟਬੰਦੀ ਕੀਤੀ ਗਈ ਸੀਗੀ ਉਦੋਂ ਜਿਹੜੀ ਯੂਨੀਅਨ ਗਵਰਨਮੈਂਟ ਨੇ ਇਹੀ ਪ੍ਰਚਾਰ ਕੀਤਾ ਸੀਗਾ ਕਿ ਇਹ ਬਲੈਕ ਮਨੀ ਨੂੰ ਰੋਕਣ ਲਈ ਕੀਤੀ ਗਈ ਹੈ। ਤੇ ਹਾਲਾਂਕਿ ਸਵਾਲ ਉੱਠੇ ਸੀਗੇ ਵੀ 500 ਤੇ 1000 ਦੇ ਨੋਟ ਬੰਦ ਕਰਕੇ 2000 ਦੇ ਚਾਲੂ ਕਰ ਦੇਣਾ, ਇਸ ਨਾਲ ਬਲੈਕ ਮਨੀ ਰੁਕਣ ਦੀ ਬਜਾਏ ਵੱਧ ਸਕਦੀ ਹੈ। ਪਰ ਹੁਣ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2000 ਦੇ ਨੋਟ ਜਦੋਂ ਜਾਰੀ ਕਰਕੇ ਉਸ ਤੋਂ ਉਹਨਾਂ ਦੀ ਨੋਟਬੰਦੀ ਕੀਤੀ ਜਾ ਰਹੀ ਹੈ ਤੇ ਬਲੈਕ ਮਨੀ ਨੂੰ ਲੈ ਕੇ ਜਿਹੜੇ ਲੋਕਾਂ ਨੇ 2-2000 ਰੁਪਏ ਦੇ ਨੋਟ ਦੇ ਰੂਪ ਵਿੱਚ ਬਲੈਕ ਮਨੀ ਰੱਖੀ ਹੋਈ ਸੀਗੀ ਉਹਨਾਂ ਦੇ ਉੱਪਰ ਜਿਹੜੀ ਹੈ ਇੱਕ ਕਰਾਰੀ ਸੈੱਟ ਹੋ ਸਕਦੀ ਹੈ, ਕਿਉਂਕਿ ਉਹ ਜਦੋਂ ਬੈਂਕ ਵਿੱਚ ਐਕਸਚੇਂਜ ਕਰਨਗੇ ਤਾਂ ਹੋ ਸਕਦਾ ਜੇ ਇੱਕ ਸਪੈਸੀਫਿਕ ਅਮਾਊਂਟ ਤੋਂ ਜ਼ਿਆਦਾ ਜਦੋਂ ਇਸ ਅਮਾਊਂਟ ਨੂੰ ਉਹ ਬੈਂਕ ਵਿਦ ਰਿਕਾਰਡ ਵਿੱਚ ਲੈ ਕੇ ਆਣਗੇ ਜਾਂ ਗਵਰਨਮੈਂਟ ਰਿਕਾਰਡ ਵਿੱਚ ਲੈ ਕੇ ਆਣਗੇ ਤੇ ਉਸ ਦਾ ਜਿਹੜਾ ਹੈ ਪ੍ਰੂਫ ਦੇਣਾ ਹੋਏਗਾ ਤਾਂ ਫਿਰ ਉਸ ਨੂੰ ਲੈ ਕੇ ਦਿੱਕਤ ਹੋ ਸਕਦੀ ਹੈ। ਕਿਉਂਕਿ ਕੋਈ ਜਿੰਨਾ ਵੀ ਅਮਾਊਂਟ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਹੋ, ਜੇ ਤੁਹਾਡੇ ਐਸੈਟਸ ਉਹਨੇ ਕੁ ਨੇ ਜਾਂ ਜੇ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਕਿੰਨੇ ਕੁ ਪੈਸੇ ਤੁਸੀਂ ਵੱਧ ਤੋਂ ਵੱਧ ਜਮ੍ਹਾਂ ਕਰਵਾ ਸਕਦੇ ਹੋ। ਜੇ ਜ਼ਿਆਦਾ ਕਰਾਓਗੇ ਤਾਂ ਫਿਰ ਉਹਦਾ ਹਿਸਾਬ ਦੇਣਾ ਪਏਗਾ। यानी जे किसी ने 2-2 हज़ार दे कोई लखां दे विच पैसे रखे ने ते जे उन्हां नूं बैंक जमा कराउणा होएगा तो फिर उहदा
ਸਾਰਾ ਰਿਕਾਰਡ ਤੇ ਦੇਣਾ ਪਏਗਾ ਜਾਂ ਸਰਕਾਰ ਕੋਈ ਐਸਾ ਵੀ ਕਰ ਸਕਦੀ ਹੈ ਵੀ ਕੋਈ ਟੈਕਸ ਕੱਟ ਕੇ ਉਸਦੇ ਨੋਟ ਜਮ੍ਹਾਂ ਕਰਾਏ ਜਾ ਸਕਦੇ ਨੇ? ਕੋਈ ਐਸੀ ਪ੍ਰੋਵੀਜ਼ਨ ਹੈ? ਆਰਬੀਆਈ ਵੱਲੋਂ ਸਰਕੂਲੇਸ਼ਨ ਜਾਰੀ ਹੋਇਆ, ਉਸ ਸੰਬੰਧੀ ਐਸ ਸੱਚ ਕੋਈ ਜ਼ਿਕਰ ਨਹੀਂ ਕੀਤਾ ਵੀ ਜੇ ਕੋਈ ਇਸ ਟਾਈਪ ਦਾ ਪ੍ਰੋਵੀਜ਼ਨ ਹੋਵੇ ਟੈਕਸ ਕੱਟਣ ਵਗੈਰਾ ਨੂੰ ਲੈ ਕੇ। ਹਾਂ, ਪਰ ਇਹ ਸੁਭਾਵਿਕ ਜੀ ਗੱਲ ਹੈ ਕਿ ਯੂਜ਼ਲੀ ਜਿਹੜਾ ਡਿਸਐਪਰੋਪਰੀਏਟ ਐਸੈਟ ਦਾ ਮੈਟਰ ਹੁੰਦਾ ਹੈ ਉਹ ਇਸੇ ਤਰੀਕੇ ਨਾਲ ਹੀ ਲਾਈਮਲਾਈਟ ਵਿੱਚ ਆਉਂਦਾ ਕਿ ਇੱਕ ਬੰਦੇ ਦੀ ਸਪੈਸੀਫਿਕ ਇਨਕਮ ਇੰਨੀ ਹੈ ਇਨਕਮ ਟੈਕਸ ਰਿਕਾਰਡ ਦੇ ਮੁਤਾਬਿਕ, ਤੇ ਜੇ ਓਵਰ ਕਰੰਸੀ ਉਹ ਬੈਂਕ ਵਿੱਚ ਜਾ ਕੇ ਐਕਸਚੇਂਜ ਕਰਾਉਂਦਾ ਹੈ ਜਾਂ ਡਿਪੋਜ਼ਿਟ ਕਰਾਉਂਦਾ ਹੈ ਤੇ ਸੁਭਾਵਿਕ ਆ ਉਹ ਕਿਤੇ ਨਾ ਕਿਤੇ ਗਵਰਨਮੈਂਟ ਦੇ ਰਿਕਾਰਡ ਵਿੱਚ ਆਊਗਾ ਤੇ ਉਹਨਾਂ ਲਈ ਇਸ ਨੋਟਬੰਦੀ ਨੂੰ ਲੈ ਕੇ ਉਹਨਾਂ ਲਈ ਦਿੱਕਤ ਜ਼ਰੂਰ ਹੋ ਸਕਦੀ ਹੈ। ਠੀਕ ਹੈ, ਧੰਨਵਾਦ ਵਿਨੇਸ਼ ਇਸ ਜਾਣਕਾਰੀ ਦੇ ਲਈ। ਤਾਂ ਕਾਫੀ ਵੱਡੀ ਖਬਰ ਹੈ ਇਸ ਵੇਲੇ ਦੀ। ਇਹ ਨੋਟਬੰਦੀ ਹੋਈ ਸੀ ਅੱਜ ਤੋਂ ਕਈ ਸਾਲ ਪਹਿਲਾਂ ਔਰ ਉਸ ਤੋਂ ਬਾਅਦ 2000 ਦੇ ਨੋਟ ਦੀ ਚਰਚਾ ਲੰਮੇ ਸਮੇਂ ਤੱਕ ਚੱਲਦੀ ਰਹੀ ਹੈ ਕਿ 2000 ਦਾ ਨੋਟ ਸ਼ੁਰੂ ਕਰਨਾ ਕਿਸ ਤਰੀਕੇ ਨਾਲ ਉਸ ਨੂੰ ਵੇਖਿਆ ਗਿਆ, ਕਿਉਂਕਿ ਤਰਕ ਉਦੋਂ ਇਹ ਦਿੱਤੇ ਗਏ ਸੀ ਕਿ ਕਾਲੇ ਧਨ ਨੂੰ ਖਤਮ ਕਰਨਾ ਹੈ, ਉਹ ਪੈਸਾ ਬਾਹਰ ਕਢਾਉਣਾ ਹੈ। ਪਰ ਹੁਣ ਜਿਹੜਾ ਹੈ ਉਸ ਤੋਂ ਬਾਅਦ ਇਹ ਸਵਾਲ ਉੱਠੇ ਕਿ ਜੇ ਉਹ ਵਾਪਸ ਕਰਨਾ ਸੀ ਤਾਂ ਫਿਰ 2000 ਦਾ ਨੋਟ ਕਿਉਂ ਜਿਹੜਾ ਸੀ ਉਹ ਚਲਾਇਆ ਗਿਆ। ਪਰ ਇਹ ਨੋਟ ਪਿਛਲੇ ਸਮੇਂ ਦੇ ਵਿੱਚੋਂ ਮਾਰਕੀਟ ਦੇ ਵਿੱਚ ਸਰਕੂਲੇਸ਼ਨ ਚੋਂ ਘਟਦਾ ਜਾ ਰਿਹਾ ਸੀ ਔਰ ਇਸ ਨੂੰ ਲੈ ਕੇ ਜਿਹੜਾ ਹੈ ਅਕਸਰ ਇਸ ਗੱਲ ਦੀ ਚਰਚਾ ਲੋਕਾਂ ਦੇ ਵਿੱਚ ਰਹਿੰਦੀ ਸੀ ਕਿ ਨੋਟ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਸੋ ਹੁਣ ਅਫੀਸ਼ੀਅਲ ਤੌਰ ਤੇ ਆਰਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਸਿਰਫ 30 ਸਤੰਬਰ ਤੱਕ ਇਹ ਨੋਟ ਚੱਲਦੇ ਰਹਿਣਗੇ। 30 ਸਤੰਬਰ ਤੋਂ ਬਾਅਦ 2000 ਦਾ ਨੋਟ ਨਹੀਂ ਚੱਲੇਗਾ। 2016 ਦੇ ਵਿੱਚ ਨਵੰਬਰ ਦੇ ਵਿੱਚ ਨੋਟਬੰਦੀ ਹੋਈ ਸੀ, ਉਦੋਂ 2000 ਦੇ ਨੋਟ ਜਿਹੜੇ ਸੀ ਨਵੇਂ ਉਹ ਲਾਂਚ ਹੋਏ ਸੀ ਔਰ 31 ਮਾਰਚ 2023 ਤੱਕ ਮਾਰਕੀਟ ਦੇ ਵਿੱਚ ਸਿਰਫ 3,62,000 ਕਰੋੜ ਦੇ ਹੀ 2000 ਨੋਟ ਜਿਹੜੇ ਉਹ ਸਰਕੂਲੇਸ਼ਨ ਦੇ ਵਿੱਚ ਨੇ। 3,62,000 ਕਰੋੜ ਦੇ ਇਸ ਵੇਲੇ ਜਿਹੜੇ 31 ਮਾਰਚ 2023 ਤੱਕ ਦੇ ਆંકੜੇ ਨੇ ਜਾਂ 31 ਮਾਰਚ 2023 ਤੱਕ ਦਾ ਡਾਟਾ ਹੈ, ਉਸ ਦੇ ਮੁਤਾਬਕ 3.62 ਲੱਖ ਕਰੋੜ ਦੇ ਜਿਹੜੇ 2000 ਦੇ ਨੋਟ ਸਰਕੂਲੇਸ਼ਨ ਦੇ ਵਿੱਚ ਨੇ ਇਸ ਵੇਲੇ ਤੱਕ, ਜੋ ਸਰਕਾਰ ਦੇ ਕੋਲ ਅਫੀਸ਼ੀਅਲ ਜਾਣਕਾਰੀ ਹੈ, ਆਰਬੀਆਈ ਦੇ ਕੋਲ ਅਫੀਸ਼ੀਅਲ ਜਾਣਕਾਰੀ ਹੈ। ਔਰ ਇਹ ਸਾਰੇ ਨੋਟ ਹੁਣ ਵਾਪਸ ਜਾਣਗੇ ਬੈਂਕਾਂ ਦੇ ਵਿੱਚ। ਯਾਨੀ ਜਿਸ ਵਿਅਕਤੀ ਕੋਲ ਵੀ, ਇਹ ਹਰ ਇੱਕ ਸ਼ਖਸ ਦੇ ਲਈ ਜਾਣਕਾਰੀ ਹੈ ਕਿ ਜਿਸ ਵਿਅਕਤੀ ਕੋਲ ਵੀ 2000 ਦੇ ਨੋਟ ਪਏ ਨੇ ਉਹ ਇਸ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ, ਪਰ ਇੱਕ ਵਾਰ ਦੇ ਵਿੱਚ 20,000 ਤੱਕ ਦੇ ਹੀ ਨੋਟ ਜਿਹੜੇ ਨੇ ਉਹ ਜਮ੍ਹਾਂ ਹੋ ਸਕਣਗੇ। ਇੱਕ ਵਾਰ ਦੇ ਵਿੱਚ 20,000 ਤੱਕ ਦੇ। ਹਾਲਾਂਕਿ ਇਹ ਵੀ ਡਿਟੇਲਸ ਆ ਜਾਣਗੀਆਂ ਅੱਗੇ ਕਿ ਤੁਸੀਂ ਕਿੰਨੀ ਵਾਰ ਇਹ ਜਮ੍ਹਾਂ ਕਰਵਾ ਸਕਦੇ ਹੋ, ਪਰ ਇਹ ਸਾਰੇ ਨੋਟ ਆਰਬੀਆਈ ਵਾਪਸ ਲਏਗਾ। 30 ਸਤੰਬਰ ਤੱਕ ਦਾ ਸਮਾਂ ਹੈ। ਇਸ ਵੇਲੇ ਮਈ ਦਾ ਮਹੀਨਾ ਚੱਲ ਰਿਹਾ ਹੈ, ਉਸ ਤੋਂ ਬਾਅਦ ਜੂਨ, ਜੁਲਾਈ, ਅਗਸਤ, ਕਰੀਬ 4 ਮਹੀਨੇ 4 ਮਹੀਨੇ ਜਿਹੜੇ ਨੇ 4 ਮਹੀਨੇ ਹਲੇ ਪਏ ਨੇ ਔਰ 4 ਮਹੀਨਿਆਂ ਦੇ ਵਿੱਚ ਇਹ ਸਾਰੇ ਪੈਸੇ ਜਿਹੜੇ ਨੇ ਇਹ ਬੈਂਕਾਂ ਦੇ ਵਿੱਚ ਵਾਪਸ ਜਮ੍ਹਾਂ ਕਰਵਾਉਣੇ ਹੋਣਗੇ। 30 ਸਤੰਬਰ ਤੋਂ ਬਾਅਦ ਕਿਤੇ ਵੀ ਜਿਹੜਾ ਉਹ ਪੈਸਾ ਹੈ ਚੱਲੇਗਾ ਨਹੀਂ, 2000 ਦਾ ਨੋਟ ਕਿਤੇ ਚੱਲੇਗਾ ਨਹੀਂ। ਔਰ 23 ਮਈ ਤਰੀਕ ਦਿੱਤੀ ਹੈ ਸਰਕਾਰ ਨੇ। 23 ਮਈ ਤੋਂ ਬੈਂਕਾਂ ਦੇ ਵਿੱਚ ਜਾ ਕੇ ਇਹ ਨੋਟ ਬਦਲਾਏ ਜਾ ਸਕਦੇ ਨੇ। 23 ਮਈ ਤੋਂ ਬੈਂਕਾਂ ਦੇ ਵਿੱਚ ਜਾ ਕੇ ਲੋਕ ਇਹ ਨੋਟ ਬਦਲਵਾ ਸਕਦੇ ਨੇ। ਬੈਂਕਾਂ ਦੇ ਵਿੱਚ ਜਾ ਕੇ 20,000 ਰੁਪਇਆ ਹੀ ਇੱਕ ਵਾਰੀ ਦੇ ਵਿੱਚ ਬਦਲਿਆ ਜਾਏਗਾ ਜਾਂ ਖਾਤਿਆਂ ਦੇ ਵਿੱਚ ਜਮ੍ਹਾਂ ਹੋ ਜਾਣਗੇ, ਤੁਹਾਡੇ ਅਕਾਊਂਟ 'ਚ ਉਸ ਦੀ ਐਂਟਰੀ ਪੈ ਜਾਏਗੀ। ਪਰ 20,000 ਤੋਂ ਵੱਧ ਤੁਸੀਂ ਬੈਂਕਾਂ ਦੇ ਵਿੱਚ ਦੇ ਨਹੀਂ ਸਕੋਗੇ 2000 ਦੇ ਨੋਟ। ਸੋ ਇਹ ਇਸ ਵੇਲੇ ਦੀ ਜਿਹੜੀ ਹੈ ਇੱਕ ਵੱਡੀ ਅਪਡੇਟ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ 2000 ਦਾ ਨੋਟ ਵੀ ਹੁਣ ਭਾਰਤ ਦੇ ਵਿੱਚ ਬੰਦ ਹੋਣ ਜਾ ਰਿਹਾ ਹੈ। ਸਿਰਫ 30 ਸਤੰਬਰ ਤੱਕ ਵੈਲਿਡਿਟੀ ਰਹੇਗੀ ਔਰ 30 ਸਤੰਬਰ ਤੋਂ ਬਾਅਦ 1 ਅਕਤੂਬਰ ਤੋਂ ਮਾਰਕੀਟ ਦੇ ਵਿੱਚ ਇਨਵੈਲਿਡ ਹੋ ਜਾਏਗਾ 2000 ਦਾ ਨੋਟ। 1 ਅਕਤੂਬਰ ਤੋਂ 2000 ਦਾ ਨੋਟ ਨਹੀਂ ਚੱਲੇਗਾ। ਯਾਨੀ ਜੇ ਕਿਸੇ ਕੋਲੇ ਉਸ ਤੋਂ ਬਾਅਦ ਵੀ ਪੈਸੇ ਰੱਖੇ ਹੋਏ ਮਿਲੇ ਤਾਂ ਉਹ ਪੈਸੇ ਮਿੱਟੀ ਹੋ ਜਾਣਗੇ, ਉਸ ਪੈਸੇ ਦੀ ਕੋਈ ਵੈਲਿਊ ਨਹੀਂ ਰਹੇਗੀ।